24 ਇਨਫੋ ਲਾਈਨ ਤੋਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ। ਮੇਰਾ ਨਾਮ ਭਾਈ ਘੁੱਗੀ ਬਾਈ ਜੀ, ਦੁਆਬਾ ਟੈਕਸੀ ਯੂਨੀਅਨ ਬੱਸ ਅੱਡਾ ਨਵਾਂ ਸ਼ਹਿਰ ਤੋਂ ਜੀ। ਜੀ ਹਾਂਜੀ। ਤੇ ਇਸ ਟਾਈਮ ਤੁਹਾਡੀਆਂ ਕੀ ਮੰਗਾਂ ਨੇ ਸਰਕਾਰ ਦੇ ਕੋਲ ਜੀ? ਮੰਗਾਂ ਸਰ ਜੀ, ਇੱਕ ਤਾਂ ਕਿਉਂਕਿ ਸਾਡੀਆਂ ਪਰਮਿਟ ਵਾਲੀਆਂ ਗੱਡੀਆਂ ਹੈ ਜੀ, ਜੀ ਘਰ ਖੜੀਆਂ ਆ ਜੀ। ਜੀ। ਇਹਦੇ ਘਰ ਖੜੀਆਂ ਦਾ ਸਾਨੂੰ ਖਰਚਾ ਪੈ ਰਿਹਾ 700-800 ਰੁਪਈਆ ਜੀ। ਜੀ ਇਸ ਕਰਕੇ ਅਸੀਂ ਅੱਜ ਕੁਛ ਕਬੀਰ ਆਪਣੇ ਇਕੱਠੇ ਹੋਏ ਆ ਜੀ, ਤੇ ਜਿਨ੍ਹਾਂ ਕਰਕੇ ਅਸੀਂ ਆਪਣੀਆਂ ਕੁਝ ਮੰਗਾਂ ਲੈ ਕੇ ਇਕੱਠੇ ਹੋਏ ਆ ਜੀ। ਇਹਦੇ ਵਿੱਚ ਇੱਕ ਤਾਂ ਸਾਡੇ ਪਰਮਿਟ ਜਿਹੜੇ ਆ, ਟੈਕਸ, ਇੰਸ਼ੋਰੈਂਸਾਂ, ਇਹਨਾਂ ਨੂੰ ਕੁਝ ਥੋੜਾ ਜਿਹਾ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਡਰਾਈਵਰ ਪ੍ਰਤੀ ਵੀ ਅੱਗੇ ਕਰ ਦੇਣ। ਹਰੇਕ ਬੰਦਾ ਔਖਾ ਆ ਜੀ, ਕਿਉਂਕਿ ਸਾਰੀਆਂ ਦੇ ਜਿੱਦਾਂ ਕੋਈ ਦੁਕਾਨਾਂ ਆ ਉਹਨਾਂ ਦਾ ਸਾਰਿਆਂ ਦਾ ਕੰਮ ਚੱਲ ਪਿਆ ਆ। ਇੱਕ ਜੋ ਕਿ ਅਸੀਂ ਪਰਮਿਟ ਵਾਲੀਆਂ ਗੱਡੀਆਂ ਆ, ਇਹ ਅਸੀਂ ਘਰ ਖੜੀਆਂ ਦਾ ਇੰਨਾ ਖਰਚਾ ਸਾਡੇ ਕੋਲੋਂ ਨਹੀਂ ਚੱਲ ਹੁੰਦਾ ਜੀ, ਕਿਉਂਕਿ ਜੋ ਇਹ ਦੇਖ ਰਹੇ ਆ ਅਸੀਂ, ਸਾਡੀਆਂ ਗੱਡੀਆਂ ਘਰ ਬੰਦ ਪਈਆਂ ਆ ਜੀ। ਜੋ ਅਸੀਂ ਕਮਾਣਾ ਆ ਉਹੀ ਅਸੀਂ ਖਾਣਾ ਆ ਜੀ। ਠੀਕ ਆ ਜੀ। ਤੇ ਅਸੀਂ ਹੁਣ ਕਿਆ ਕਰੀਏ, ਵਿਹਲੇ ਬੈਠੇ ਆ। ਅਸੀਂ ਆਪਣੀ ਕੇਂਦਰ ਸਰਕਾਰ ਤੋਂ, ਕੈਪਟਨ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਇੱਕ ਤਾਂ ਸਾਡਾ ਜਿਹੜਾ ਕਿੱਤਾ ਆ ਇਹਨੂੰ ਤੋੜਨ ਦੀ ਇਜਾਜ਼ਤ ਦਿੱਤੀ ਜਾਵੇ, ਤੇ ਇੱਕ ਜਿਹੜੇ ਟੈਕਸ ਵਾ ਜਾਂ ਇੰਸ਼ੋਰੈਂਸਾਂ ਇਹਨਾਂ ਦੇ ਵਿੱਚ ਸਾਲ ਦਾ ਜਾਂ 6 ਮਹੀਨਿਆਂ ਦਾ ਜੋ ਵੀ ਜਿੱਦਾਂ ਇਹਨਾਂ ਨੂੰ ਚੰਗਾ ਲੱਗਦਾ ਆ ਉਹ ਇਹਨੂੰ ਵਧਾਵਾ ਦਿੱਤਾ ਜਾਵੇ ਜੀ। ਇੱਕ ਹੋਰ ਗੱਲ ਆਈ ਹੈ ਜੀ, ਇਹ ਸਾਹਮਣੇ ਕੀ ਤੁਹਾਨੂੰ ਫੋਨ ਆ ਰਹੇ ਨੇ ਇੰਸਟਾਲਮੈਂਟਾਂ ਦੇ ਬੈਂਕਾਂ ਤੋਂ? ਹਾਂਜੀ, ਉਹ ਆ ਰਹੇ ਆ ਜੀ ਕਿਸ਼ਤਾਂ ਜਿਹੜੀਆਂ ਆ ਜੀ, ਵੀ ਜੇ ਤੁਸੀਂ ਕਿਸ਼ਤਾਂ ਦੇਣੀਆਂ ਵੀ ਆ, ਇਹਨਾਂ ਦਾ ਜਿਹੜਾ ਵਿਆਜ ਆ ਉਹ ਦੁਬਾਰਾ ਲੱਗ ਕੇ ਤੁਹਾਨੂੰ ਹੋਰ ਆਣਾ ਹੈ ਜੀ। ਲੇਕਿਨ ਇਹ ਤਾਂ ਫਿਰ ਸਾਡੇ ਨਾਲ ਇੱਕ ਤਰ੍ਹਾਂ ਦਾ ਧੋਖਾ ਹੈ ਜੀ। ਬਿਲਕੁਲ। ਇਹਦੇ ਵਿੱਚ ਕਿਉਂਕਿ ਅਸੀਂ ਵਿਆਜ ਵੀ ਦਈਏ, ਤੇ ਹੁਣ ਜੇ ਅਸੀਂ ਗਾਂਹ ਵੀ ਕੰਮ ਕਰਦੇ ਸਾਰ ਸਾਡੇ ਕੋਲ ਇੱਕਦਮ ਤਾਂ ਪੈਸੇ ਆਣੇ ਨੇਗੇ, ਜਿਹੜੇ ਅਸੀਂ ਉੱਥੋਂ ਚੱਕ ਕੇ ਉਦੋਂ ਹੀ ਉਹਨਾਂ ਨੂੰ ਕਿਸ਼ਤ ਦੇ ਦਈਏ। ਪਰ ਨਹੀਂ, ਸਾਡੇ ਕੋਲ ਇਹ ਹੋਣਾ ਨਹੀਂ। ਸਾਨੂੰ ਥੋੜਾ ਟਾਈਮ ਦਿਓ, ਤੇ ਬੈਂਕਾਂ ਵਾਲਿਆਂ ਨੂੰ ਕਹੋ, ਤੇ ਹੋਰ ਜਿਹੜੇ ਵੀ ਵੀਰ ਆ ਟੈਕਸਾਂ ਵਾਲੇ ਆ, ਸਰਕਾਰਾਂ ਬੈਠੀਆਂ ਆਪ, ਉਹਨਾਂ ਥਰੂ ਕੁਛ ਤਾਂ ਸਾਡੀ ਜਿਹੜੀ ਆ ਆਵਾਜ਼ ਇਹ ਪਹੁੰਚ ਜਾਵੇ। ਅਸੀਂ ਇਸ ਲਈ ਸਾਰੇ ਇਕੱਠੇ ਹੋਏ ਆ। ਕੀ ਤੁਹਾਡੀਆਂ ਮੰਗਾਂ ਨੇ ਟੈਕਸੀ ਯੂਨੀਅਨ ਦੀਆਂ? ਮੁੱਦਾ ਦੇਖੋ ਜੀ, ਇਹ ਆ ਵੀ 22 ਤਰੀਕ ਦਾ ਲੋਕਡਾਊਨ ਲੱਗਿਆ ਜੀ। ਜੀ। ਜਿੱਦਣ ਦਾ ਲੋਕਡਾਊਨ ਲੱਗਿਆ, ਸਾਰਿਆਂ ਦੀਆਂ ਗੱਡੀਆਂ ਜੋ ਕਿ ਇੱਕ ਕਮਾਈ ਦਾ ਸਾਧਨ ਸੀਗਾ ਆਪਣੇ ਆਪਣੇ ਘਰਾਂ ਦੇ ਵਿੱਚ ਖੜੀਆਂ ਆ ਜੀ, ਤੇ ਸਾਰੇ ਵੀਰ ਬਹੁਤ ਪਰੇਸ਼ਾਨੀ ਵਿੱਚ ਆ ਜੀ। ਉਤੋਂ ਬੈਂਕਾਂ ਵਾਲਿਆਂ ਦੇ ਵੀ ਹੁਣ ਫੋਨ ਆਉਣ ਲੱਗ ਪਿਆ ਜੀ ਕਿਸ਼ਤਾਂ ਬਾਰੇ, ਤੇ ਸਾਨੂੰ ਕਿਸ਼ਤਾਂ ਜਮ੍ਹਾਂ ਕੀਤੀਆਂ ਜਾਣ। ਤੇ RBI ਨੇ ਜਿਸ ਤਰ੍ਹਾਂ ਪਹਿਲਾਂ ਸਾਨੂੰ ਦੱਸਿਆ ਸੀਗਾ ਜੀ ਵੀ ਅਸੀਂ ਤੁਹਾਡੀਆਂ ਕਿਸ਼ਤਾਂ ਜੋ ਮਾਫ ਕਰਾਂਗੇ, ਪਰ ਉਹ ਵੀ ਕਿਸੇ ਹੱਦ ਤੱਕ ਕਿਤੇ ਕੰਢੇ ਨਹੀਂ ਲੱਗੀ ਗੱਲ ਜੀ। ਤੇ ਹੁਣ ਜੋ ਚੱਕਰ ਹੈ, ਸਾਡੀ ਜੋ ਕਿਸ਼ਤ ਹੈ ਉਹ ਸਾਨੂੰ ਵਿਆਜ ਲੱਗ ਕੇ ਜ਼ਿਆਦਾ ਦੇਣੀ ਪੈ ਰਹੀ ਹੈ, ਜਦ ਕਿ ਉਹ ਸਾਡੇ, ਕਿਉਂਕਿ ਤੁਹਾਨੂੰ ਪਤਾ ਜੀ ਇੱਕ ਗੱਡੀ ਦੇ ਸਿਰੋਂ ਹੀ ਡਰਾਈਵਰ ਦਾ ਘਰ ਪਰਿਵਾਰ ਚੱਲਦਾ, ਉਹਦੇ ਸਿਰੋਂ ਹੀ ਉਹਨੇ ਬੱਚੇ ਪੜ੍ਹਾਉਣੇ ਆ, ਘਰ ਦਾ ਖਰਚਾ ਬਹੁਤ ਕੁਝ ਹੁੰਦਾ ਜੀ। ਬਾਕੀ ਤੁਸੀਂ ਗੱਡੀ ਦਾ ਖਰਚਾ ਦੇਖ ਲਓ, ਘਰ ਦੇ ਵਿੱਚ ਖੜੀ ਗੱਡੀ ਦਾ ਇੰਸ਼ੋਰੈਂਸ, ਪਰਮਿਟ, ਟੈਕਸ ਤੇ ਹੋਰ ਵੀ ਬਹੁਤ ਖਰਚੇ ਆ ਜੀ ਇਹਨਾਂ ਦੇ। ਬਿਲਕੁਲ। ਉਹ ਖੜੀਆਂ ਦੇ ਪੈ ਰਹੇ ਆ ਜੀ। ਤੇ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਸਾਡੇ ਬਾਰੇ ਕੋਈ ਗੱਲ ਨਹੀਂ ਕੀਤੀ, ਨਾ ਹੀ ਕੋਈ ਸਾਡੇ ਡਰਾਈਵਰਾਂ ਪ੍ਰਤੀ ਕੋਈ ਗੱਲ ਆਈ ਹੈ ਮੋਰੇ, ਜਦ ਕਿ ਸਾਡੇ ਡਰਾਈਵਰ ਹਰ ਜਗ੍ਹਾ ਦੇ ਉੱਤੇ ਪ੍ਰਸ਼ਾਸਨ ਦਾ ਸਾਥ ਦਿੰਦੇ ਆ। ਤੁਸੀਂ ਦੇਖ ਲਓ ਜੀ, ਐਂਬੂਲੈਂਸ ਤੋਂ ਲੈ ਕੇ ਹਜੇ ਤੱਕ ਵੀ ਸਾਡੇ ਵੀਰ ਮਰੀਜ਼ ਢੋ ਰਹੇ ਆ ਜੀ ਕਰੋਨਾ ਦੇ ਜੀ। ਤੇ ਪ੍ਰਸ਼ਾਸਨ ਨੇ ਜੀ ਸਰਕਾਰੀ ਮੁਲਾਜ਼ਮਾਂ ਨੂੰ ਚਲੋ ਵਧੀਆ ਕੀਤਾ ਵੀ 50 ਲੱਖ ਰੁਪਈਆ ਦੇਵਾਂਗੇ ਜੀ, ਪਰ ਜੋ ਸਾਡੇ ਡਰਾਈਵਰ ਇਸ ਵੇਲੇ ਕਰੋਨਾ ਦੀ ਫਾਈਟ ਦੇ ਨਾਲ ਆਪਣਾ ਸਹਿਯੋਗ ਦੇ ਰਹੇ, ਹਜੇ ਤੱਕ ਸਰਕਾਰ ਨੇ ਉਹਨਾਂ ਪ੍ਰਤੀ ਵੀ ਕੋਈ ਗੱਲ ਨਹੀਂ ਰੱਖੀ। ਹਾਂਜੀ, ਦੱਸਣਾ ਚਾਹੁੰਦੇ ਜੀ, ਅਸੀਂ ਦੁਆਬਾ ਟੈਕਸੀ ਯੂਨੀਅਨ ਬੱਸ ਸਟੈਂਡ ਨਵਾਂ ਸ਼ਹਿਰ ਗੜ੍ਹਸ਼ੰਕਰ ਰੋਡ ਤੋਂ ਬਿਲੋਂਗ ਕਰਦੇ ਹਾਂ ਜੀ, ਤੇ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਜੀ, ਜੋ ਸਾਡੇ ਬੱਸ ਅੱਡਾ ਜੋ ਸਰਕਾਰੀ ਆ ਪਰ ਉਹ ਠੇਕੇ ਤੇ ਦਿੱਤਾ ਗਿਆ ਜੀ ਪ੍ਰਾਈਵੇਟ ਨੂੰ, ਫਰਮ ਨੂੰ, ਤੇ ਉਹ ਅਸੀਂ ਉਹਨਾਂ ਨੂੰ 25,000 ਰੁਪਈਆ ਮਹੀਨਾ ਰੈਂਟ ਦਿੰਦੇ ਆ ਜੀ। ਤੇ ਮੈਂ ਸਰਕਾਰ ਦੇ ਧਿਆਨ 'ਚ ਲੈਣੀ ਚਾਹੁੰਦਾ ਜੀ ਗੱਲ, ਵੀ ਉਹ ਵੀ ਸਾਨੂੰ ਹੁਣ ਫੋਨ ਕਰਦੇ ਆ ਜੀ, ਤੇ ਕਹਿੰਦੇ ਆ ਜੀ ਫਿਰ ਸਾਡਾ ਕਿਰਾਇਆ ਸਾਨੂੰ ਦਿੱਤਾ ਜਾਵੇ। ਸਾਡੇ ਕੋਲ ਤਾਂ ਗੱਡੀਆਂ ਦੀਆਂ ਕਿਸ਼ਤਾਂ ਜਾਂ ਘਰ ਦੇ ਖਰਚੇ ਵਾਸਤੇ ਅਸੀਂ ਤੰਗ ਹੋਏ ਬੈਠੇ ਆ, ਤਾਂ ਅਸੀਂ ਕਿਰਾਇਆ ਕਿੱਥੋਂ ਦਈਏ, ਜਦ ਕਿ ਸਰਕਾਰ ਕਹਿੰਦੀ ਹੈ ਜੀ ਜੋ ਪ੍ਰਾਈਵੇਟ ਫਰਮ ਆ ਜਾਂ ਕਿਸੇ ਨੇ ਰੈਂਟ ਤੇ ਦੁਕਾਨ ਲਈ ਆ ਸਾਰਾ ਮਾਫ ਕੀਤਾ ਜਾਊਗਾ। ਅਸੀਂ ਇਸ ਮਾਮਲੇ ਦੇ ਵਿੱਚ GM ਸਾਹਿਬ ਨੂੰ ਐਪਲੀਕੇਸ਼ਨ ਵੀ ਦਿੱਤੀ ਆ, ਤੇ ਹੁਣ ਦੇਖਦੇ ਹਾਂ ਜੀ ਕੀ ਬਣਦਾ। ਪਰ ਸਰਕਾਰ ਨੂੰ ਸਾਡੀ ਮੰਗ ਹੈ ਵੀ ਸਾਡਾ ਜੋ ਜਦ ਤੋਂ ਲੋਕਡਾਊਨ ਸ਼ੁਰੂ ਹੋਇਆ ਤੇ ਜਦ ਤੱਕ ਇਹ ਰਹੂਗਾ ਤੇ ਸਾਡਾ ਕਿਰਾਇਆ ਮਾਫ ਕੀਤਾ ਜਾਵੇ। ਠੀਕ ਹੈ ਜੀ। ਇੱਕ ਬੇਨਤੀ ਹੋਰ ਕਰਨੀ ਚਾਹੁੰਦੀ ਹਾਂ ਜੀ ਸਰਕਾਰ ਅੱਗੇ, ਤੇ ਦਿੱਲੀ ਤਾਂ ਜਿਸ ਤਰ੍ਹਾਂ ਆਪਣੇ ਸਾਰੇ ਡਰਾਈਵਰਾਂ ਪ੍ਰਤੀ ਉਧਰਲੀ ਸਰਕਾਰ ਨੇ
ਆਪਣੇ ਘਰ ਘਰ ਉਹਨਾਂ ਨੂੰ ਜੋ ਵੀ ਮਹਿਮ ਪੁਜਾਈ ਹੈ, ਜੋ ਉਹਨਾਂ ਦੀ ਸਹਾਇਤਾ ਕੀਤੀ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਾਨੂੰ ਵੀ ਹਰ ਇੱਕ ਡਰਾਈਵਰ ਵੀਰ ਨੂੰ ਘੱਟ ਤੋਂ ਘੱਟ 10,000 ਰੁਪਈਆ ਦਿੱਤਾ ਜਾਵੇ, ਕਿਉਂਕਿ ਜੋ ਅਸੀਂ ਸਰਕਾਰ ਦਾ ਸਾਥ ਦਿੰਦੇ ਹਾਂ ਜੀ, ਸਾਡੇ ਘੱਟ ਤੋਂ ਘੱਟ 35% ਅਸੀਂ ਸਰਕਾਰ ਨੂੰ ਪੈਸਾ ਵਾਪਸ ਕਰ ਰਹੇ ਹਾਂ ਜੀ, ਟੈਕਸੀ ਡਰਾਈਵਰ। ਠੀਕ ਹੈ ਜੀ, ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਵੀ ਸਾਡਾ ਮਸਲਾ ਹੱਲ ਕੀਤਾ ਜਾਵੇ, ਜਿਹਦੇ ਵਿੱਚ ਜੀ ਗੱਡੀਆਂ ਦਾ ਟੈਕਸ, ਇੰਸ਼ੋਰੈਂਸ, ਪਰਮਿਟ ਦਾ ਖਰਚਾ, ਸੀਟ ਦਾ ਖਰਚਾ ਜੀ ਜੋ ਗੱਡੀਆਂ ਦੇ ਅਸੀਂ ਦਿੰਨੇ ਆ, ਤੇ ਹੋਰ ਵੀ ਕਈ ਖਰਚੇ ਆ ਜੀ ਜੋ ਅਸੀਂ ਸਰਕਾਰ ਨੂੰ ਗੱਡੀਆਂ ਪ੍ਰਤੀ ਦਿੰਨੇ ਆ। ਇਸ ਕਰਕੇ ਅਸੀਂ 35% ਜੋ ਸਰਕਾਰ ਨੂੰ ਵਾਪਸ ਕਰ ਰਹੇ ਹਾਂ, ਅਸੀਂ ਉਹਨਾਂ ਵਿੱਚੋਂ ਹੀ ਮੰਗ ਕਰ ਰਹੇ ਹਾਂ ਵੀ ਸਾਨੂੰ ਹਰ ਪਰਿਵਾਰ ਨੂੰ, ਡਰਾਈਵਰ ਨੂੰ 10,000 ਰੁਪਈਆ ਦਿੱਤਾ ਜਾਵੇ। ਇੰਨੀ ਕੁ ਬੇਨਤੀ ਕਰਦੇ ਹਾਂ ਜੀ। ਬਾਕੀ ਸਾਡੀ ਯੂਨੀਅਨ ਦੇ ਹੋਰ ਵੀ ਮੈਂਬਰ ਆ, ਉਹ ਆਪਣੇ ਵਿਚਾਰ ਰੱਖੂਗੇ ਜੀ। ਵਾਈਸ ਪ੍ਰਧਾਨ ਹੋਣ ਦੇ ਨਾਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜੀ। ਧੰਨਵਾਦ ਜੀ। ਨਵੀਨ ਦੁਆਬਾ ਟੈਕਸੀ ਯੂਨੀਅਨ ਨਵਾਂ ਸ਼ਹਿਰ ਤੋਂ ਮੈਂ ਇਹ ਸਰਕਾਰ ਅੱਗੇ ਮੰਗ ਰੱਖਦਾ ਜੀ। ਦੇਖੋ ਜੀ, ਸਰਕਾਰ ਦੇ ਨਾਲ ਟੈਕਸੀ ਡਰਾਈਵਰ ਜਿਹੜਾ ਆ ਮੋਢੇ ਨਾਲ ਮੋਢਾ ਰੱਖ ਕੇ ਤੁਰਦਾ, ਏਅਰਪੋਰਟਾਂ ਤੋਂ NRIਆਂ ਨੂੰ ਲੈ ਕੇ ਆਉਂਦਾ। NRIਆਂ ਦੇ ਸਹਿਯੋਗ ਨਾਲ ਇਹ ਦੇਸ਼ ਵੀ ਕਾਫੀ ਤਰੱਕੀ ਕਰ ਰਿਹਾ ਜੀ। NRI ਵੀਰ ਬਾਹਰੋਂ ਆਉਂਦੇ ਆ, ਬਾਹਰਲੀਆਂ ਜੋ ਚੀਜ਼ਾਂ ਦੇਖ ਕੇ ਇੱਧਰ ਸ਼ੁਰੂ ਕਰਦੇ ਕੰਮ, ਉਹਦੇ ਨਾਲ ਟੈਕਸੀ ਡਰਾਈਵਰਾਂ ਨੂੰ ਪਤਾ ਲੱਗਦਾ ਜੀ। ਬਾਕੀ ਆਹ ਹਾਲਾਤ ਕੀ ਆ, ਜੋ ਪਰਮਿਟ ਵਾਲੀ ਗੱਡੀ ਆ, ਸਾਰੇ ਟੈਕਸੀ ਡਰਾਈਵਰ ਆ, ਦੇਖੋ ਵੀਰ ਕਿੰਨੇ ਖੜੇ ਮੇਰੇ ਪਿੱਛੇ, ਇਹਨਾਂ ਦੇ ਘਰ ਰਾਸ਼ਨ ਤੱਕ ਨਹੀਂ ਪਹੁੰਚਿਆ। ਗਵਰਨਮੈਂਟ ਨੇ, ਸਾਡੇ ਕੈਪਟਨ ਸਾਹਿਬ ਨੇ ਵੀ ਇਹ ਗੱਲ ਰੱਖੀ ਆ ਵੀ ਹਰੇਕ ਦੇ ਘਰ ਰਾਸ਼ਨ ਪਹੁੰਚਿਆ ਆ, ਪਰ ਕੋਈ ਵੀ ਮੇਰਾ ਵੀਰ ਦੱਸ ਦੇਵੇ ਕਿਸੇ ਦੇ ਘਰ ਰਾਸ਼ਨ ਪਹੁੰਚਿਆ ਜੀ? ਨਹੀਂ, ਰਾਸ਼ਨ ਤੱਕ ਨਹੀਂ ਪਹੁੰਚਿਆ। ਪਰ ਸਾਡੇ ਪਰਿਵਾਰ ਆ, ਹਰੇਕ ਵੀਰ ਦੇ ਕੋਈ ਦੱਸ ਦੇਵੇ। ਇੱਕ ਡਰਾਈਵਰ 4-4 ਜੀ ਤਾਂ ਤਕਰੀਬਨ ਪਾਲ ਰਿਹਾ ਜੀ। ਇੱਕ ਡਰਾਈਵਰ 4 ਜੀ ਪਾਲ ਰਿਹਾ। ਜੇ ਇੱਕ ਡਰਾਈਵਰ ਨੂੰ ਕਿਤੇ ਜਾਂਦਾ ਆ, ਹਰੇਕ ਪਿੰਡ ਦੇ ਸਰਪੰਚ ਨੂੰ ਇਹ ਅਥਾਰਟੀ ਦਿੱਤੀ ਹੋਆ ਵੀ ਤੂੰ ਨੰਬਰ ਲੈ ਕੇ ਗਵਰਨਮੈਂਟ ਨੂੰ ਦੇਣੇ ਆ ਜੀ। ਪ੍ਰਸ਼ਾਸਨ ਸਾਨੂੰ ਤੰਗ ਕਰ ਰਿਹਾ। ਜੇ ਕਿਤੇ ਬਾਹਰ ਜਾਂਦੇ ਜੀ, 21 ਦਿਨ ਦਾ ਲਾਕਡਾਊਨ ਆ ਜੀ। ਇਹ ਨਹੀਂ ਪਤਾ ਪੰਜਾਬ ਦੇ ਕਿਸ ਕੋਨੇ 'ਚ ਸਾਨੂੰ ਰੱਖਣਾ, ਘਰ ਵਾਪਸ ਆਣਾ ਜਾਂ ਨਹੀਂ ਆਣਾ ਕੁਝ ਕਹਿ ਨਹੀਂ ਸਕਦੇ ਜੀ। ਇਹ ਦੇਖੋ, ਡਰਾਈਵਰ ਨੂੰ ਕਿਤੇ ਰੱਖ ਲਿਆ, ਮਗਰ 21 ਦਿਨਾਂ ਬਾਅਦ ਜੇ ਕਿਤੇ ਸਾਡੀ ਰਿਪੋਰਟ ਪੋਜ਼ਿਟਿਵ ਆ ਜਾਂਦੀ ਆ ਤਾਂ ਉਹਦਾ ਫਿਰ ਕੀ ਗੱਲਬਾਤ ਬਣੂਗੀ ਜੀ। ਇੱਕ ਡਰਾਈਵਰ ਤੇ ਹੀ ਸ਼ੱਕ ਕੀਤਾ ਜਾਂਦਾ। ਡਰਾਈਵਰ ਬੰਦੇ ਲੈ ਕੇ ਆਉਂਦੇ ਆ ਜੀ, ਇਹ ਕਰੋਨਾ ਇਹ ਫੈਲਾਉਂਦੇ ਆ। ਹਰੇਕ ਬੰਦਾ ਬਾਹਰ ਮੁਲਾਜ਼ਮ ਆ, ਸਰਕਾਰੀ ਮੁਲਾਜ਼ਮ ਦੇਖੋ ਹਰੇਕ ਦਾ 70-80 ਹਜ਼ਾਰ ਤਨਖਾਹ ਲੈ ਰਹੇ ਆ, ਤੇ ਉਹਨਾਂ ਦਾ 50-50 ਲੱਖ ਦਾ ਬੀਮਾ ਕੀਤਾ ਹੋਇਆ ਜੀ। ਕਮ ਸੇ ਕਮ ਡਰਾਈਵਰ ਦਾ ਹੀ 10 ਲੱਖ ਦਾ ਬੀਮਾ ਕਰ ਦਿਓ। ਡਰਾਈਵਰ ਦਾ ਹੀ 10-10 ਲੱਖ ਦਾ ਬੀਮਾ ਕਰ ਦਿਓ ਤਾਂ ਡਰਾਈਵਰ ਵੀ ਮਾੜਾ ਮੋਟਾ ਸਕੂਨ ਕਰੂਗਾ। ਜੇ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਇਹ ਮਹਾਮਾਰੀ ਵਿੱਚ ਉਹਦਾ ਪਰਿਵਾਰ ਤਾਂ ਰੋਟੀ ਵਧੀਆ ਖਾ ਸਕਦਾ ਜੀ। ਡਰਾਈਵਰ ਦਾ ਵੱਧ ਤੋਂ ਵੱਧ ਕਿੰਨਾ 10,000 ਮਹੀਨਾ ਕਮਾਉਂਦਾ ਜੀ, ਇਹ ਤੋਂ ਉੱਪਰ ਨਹੀਂ ਕਮਾਉਂਦਾ ਜੀ, ਕਿਉਂਕਿ ਖਰਚੇ ਬਹੁਤ ਆ ਗੱਡੀਆਂ ਦੇ। ਕੁਦਰਤੀ ਚਲੋ ਸਾਡਾ ਸੂਰ ਵੀ ਕੰਮ ਅਸੀਂ ਇਹ ਕਰਦੇ ਆ। ਸਾਡੇ ਡਰਾਈਵਰ ਇੰਨੇ ਪੜ੍ਹੇ ਲਿਖੇ ਵੀ ਨੌਕਰੀਆਂ ਨਹੀਂ ਮਿਲ ਰਹੀਆਂ, ਜਾਂ ਤਾਂ ਗੌਰਮੈਂਟ ਨੌਕਰੀਆਂ ਵੀ ਖੋਲ੍ਹੇ। ਇਹ ਸਾਰੀਆਂ ਗੱਡੀਆਂ ਨੂੰ ਸਰਕਾਰੀ ਕਰ ਦੇਣਾ, ਅਸੀਂ ਵੀ ਚਲ ਖੁਸ਼ ਹੋ ਜਾਈਏ ਜੀ। ਤਾਂ ਇਹ ਚੀਜ਼ ਇਸ ਜਿਹੜਾ ਟੈਕਸੀ ਲੈਵਣ ਇੱਧਰ ਧਿਆਨ ਦੇਣ ਮਾੜਾ ਜਿਹਾ। ਕਿ ਹੁਣ ਤੁਸੀਂ ਦੇਖੋ, ਦਿੱਲੀ ਗੌਰਮੈਂਟ ਆ, ਉਹਨਾਂ ਨੇ 3 ਵੀਲਰ ਟੈਕਸੀ ਡਰਾਈਵਰ, ਜੋ ਵੀ ਡਰਾਈਵਰ ਆ ਟੈਕਸੀਆਂ ਵਾਲੇ, ਉਹਨਾਂ ਨੇ ਰੱਖਿਆ ਵੇ 5-5 ਹਜ਼ਾਰ ਰੁਪਈਆ ਮਹੀਨਾ ਅਸੀਂ ਅਕਾਊਂਟਾਂ ਵਿੱਚ ਪਾਵਾਂਗੇ। ਚਲੋ 5 ਹਜ਼ਾਰ ਨਾਲ ਅਸੀਂ ਕਮ ਸੇ ਕਮ ਇਹ ਤਾਂ ਸਬਰ ਹੋ ਜੂ, ਸਾਡੇ ਬੱਚੇ ਦਾ ਰੋਟੀ ਖਾ ਸਕਦੇ ਆ ਜੀ। 5-5 ਹਜ਼ਾਰ ਰੁਪਇਆ ਅਸੀਂ ਪੰਜਾਬ ਗੌਰਮੈਂਟ ਅੱਗੇ ਹੀ ਮੰਗ ਰੱਖਦੇ ਹਾਂ ਵੀ ਚਲੋ 5 ਹਜ਼ਾਰ ਪਾ ਦਿਓ ਸਾਡੇ ਅਕਾਊਂਟਾਂ 'ਚ, ਇਹੀ ਬਹੁਤ ਆ। ਹੁਣ ਮਾਰਚ ਮਹੀਨੇ ਸਾਡਾ ਕੰਮ ਹੁੰਦਾ ਜੀ, ਮਾਰਚ ਅਪ੍ਰੈਲ ਮਹੀਨੇ ਤੱਕ ਕੰਮ ਹੁੰਦਾ। ਉਸ ਤੋਂ ਬਾਅਦ 3-4 ਮਹੀਨੇ ਸਾਡੇ ਇੱਦਾਂ ਹੀ ਨਿਕਲ ਜਾਂਦੇ ਆ, ਕਿਉਂਕਿ NRI ਵੀਰ ਬਹੁਤ ਘੱਟ ਆਉਂਦੇ ਆ। ਹੁਣ ਤੁਸੀਂ ਆ ਸਮਾਂ ਦਾ ਲਓ, ਜੇ ਲਾਕਡਾਊਨ ਦੇਖਦੇ ਹੋ, ਘੱਟ ਤੋਂ ਘੱਟ NRI ਵੀਰ ਨੇ 2 ਸਾਲ ਨਹੀਂ ਇੱਥੇ ਆਉਣਾ ਜੀ। 2 ਸਾਲਾਂ ਦਾ ਕੋਈ ਸਾਡੇ ਵੱਲ ਕੋਈ ਗੌਰਮੈਂਟ ਧਿਆਨ ਕਰ ਰਹੀ ਹੈ ਵੀ 2 ਸਾਲ ਇਹ ਕਿੱਦਾਂ ਕੱਟੂਗੇ? ਚਲ ਮੈਂ ਇਕੱਲਾ ਕਹਿੰਦਾ ਮੈਂ ਕੱਟੂ, ਪਰ ਮੇਰਾ ਪਰਿਵਾਰ ਮਗਰ 3 ਜੀ ਬੈਠੇ ਆ, ਉਹ ਕਿੱਦਾਂ ਕੱਟੂਗੇ ਜੀ? ਬੱਚੇ ਮੇਰੇ ਪੜ੍ਹ ਰਹੇ ਆ ਜੀ, ਸਕੂਲ ਤੋਂ ਫੋਨ ਆ ਗਿਆ ਜੀ ਬੁੱਕਾਂ ਲੈ ਜਾਓ। ਬੁੱਕਾਂ ਪੈਸੇ ਨਹੀਂ ਆਉਣੀਆਂ। ਬਿਜਲੀ ਦੇ ਬਿੱਲ ਮੈਂ ਸਾਬਤ ਕਰ ਦੂੰ, ਮੈਂ ਬਿਜਲੀ ਦਾ ਬਿੱਲ ਵੀ ਦੇ ਕੇ ਆਇਆ ਜੀ, ਕਿਉਂਕਿ ਕਹਿੰਦੇ ਡੇਟ ਲੱਗ ਜਾਣੀ, ਉਹਦਾ ਜੁਰਮਾਨਾ ਪੈ ਜਾਂਦਾ। ਚਲੋ ਮੰਨਦੇ ਸਰਕਾਰੀ ਜੁਰਮਾਨਾ ਘੱਟ ਹੁੰਦਾ,
ਪਰ ਜੁਰਮਾਨਾ ਤਾਂ ਜੁਰਮਾਨਾ ਹੀ ਆ ਜੀ। ਬਿਜਲੀ ਦੇ ਬਿੱਲ ਹਰੇਕ ਡਰਾਈਵਰ ਵੀਰ ਕੋਈ ਦੱਸ ਦੇਵੇ, ਕਿਸੇ ਦੇ ਘਰ ਰਾਸ਼ਨ ਨਹੀਂ, ਬਿਜਲੀ ਦੇ ਬਿੱਲ ਸਾਰੇ ਦੇ ਰਹੇ ਆ। ਇੰਨਾ ਖਰਚਾ ਅਸੀਂ ਕਿੱਥੋਂ ਚੱਲਾਂਗੇ ਜੀ? ਕਮਾਈ ਦਾ ਸਾਧਨ ਸਾਡਾ ਸਿਰਫ ਇੱਕ ਗੱਡੀ ਆ। ਜਦ ਗੱਡੀ ਰੋਡ ਤੇ ਚੱਲ ਪਈ, ਪਹਿਲਾਂ ਉਹ ਤੇਲ ਮੰਗਦੀ ਆ, ਤੇਲ ਪਾਊਗਾ, ਤੇਲ ਤੋਂ ਬਾਅਦ ਟਾਇਰਾਂ ਦੀ ਘਸਾਈ, ਫਿਰ ਮਕੈਨਿਕ ਪੈਸੇ, ਕਿੰਨੇ ਖਰਚੇ ਪੈ ਰਹੇ ਜੀ ਰੋਜ਼ ਦੇ। ਇਹ ਦੁਆਬਾ ਟੈਕਸੀ ਜਿਹਨੂੰ ਬੱਸ ਅੱਡਾ ਨਵਾਂ ਸ਼ਹਿਰ ਜੀ। ਹਾਂਜੀ ਸਰ, ਤੁਹਾਨੂੰ ਕਹਿ ਰਹੇ ਆ ਕਿ ਦਿੱਕਤ ਇੱਕ ਰਾਸ਼ਨ ਤੋਂ ਦੀ ਵੀ ਦਿੱਕਤ ਆ ਰਹੀ ਹੈ ਕਿ ਜਿਹੜੇ ਰਾਸ਼ਨ ਦੀ ਵੰਡ ਹੋ ਰਹੀ ਹੈ ਸਰਕਾਰ ਵੱਲੋਂ, ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਹਾਂਜੀ, ਦੱਸਣਾ ਚਾਹੁੰਦੇ ਆ ਜੀ, ਜੋ ਸਰਕਾਰ ਵੱਲੋਂ ਜਿੰਨਾ ਵੀ ਰਾਸ਼ਨ ਸਾਰੇ ਪਿੰਡਾਂ ਨੂੰ ਦੇ ਰਹੇ ਆ ਜੀ, ਰਾਸ਼ਨ ਦੇ ਦੇਣ ਦੇ ਬਾਵਜੂਦ ਨਾਲ ਜੀ ਜੇ ਗਰੀਬ ਨੂੰ ਕੋਈ ਰਾਸ਼ਨ ਦਿੰਦਾ ਹੈ ਜੀ, ਇੱਕ ਤਾਂ ਰਾਸ਼ਨ ਦੇ ਰਿਹਾ ਤੇ ਉੱਪਰ ਜੀ ਫੋਟੋਆਂ ਖਿੱਚ ਕੇ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾ ਰਿਹਾ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜੀ, ਜੇ ਰਾਸ਼ਨ ਦੇ ਰਿਹਾ ਤਾਂ ਗਰੀਬ ਦਾ ਤੁਸੀਂ ਮਜ਼ਾਕ ਨਾ ਉਡਾਓ। ਸਾਡੀ ਬੇਨਤੀ ਇੱਕ ਇਹ ਆ ਜੀ, ਜਿੱਦਾਂ ਆਮ ਜਿਹੜੇ ਕਿਸਾਨ ਆ ਖੇਤੀ ਦੇ ਵਿੱਚ, ਚਲੋ ਜਿਨ੍ਹਾਂ ਨੂੰ ਫਸਲ 'ਚ ਵਾਧਾ ਘਾਟਾ ਹੁੰਦਾ, ਨਫਾ ਜੋ ਵੀ ਆ, ਆਪਣੇ ਮਾਹੌਲ ਇਦਾਂ ਦਾ ਬਣ ਗਿਆ ਜੀ ਇਸ ਵੇਲੇ, ਸਾਨੂੰ ਜਾਣੀ ਕਿ ਜੀ ਆਤਮ ਹੱਤਿਆ ਦੇ ਕਰੀਬ ਜਾਣੀ ਕਿ ਜੀ ਹਾਲਾਤ ਇਦਾਂ ਦੇ ਬਣ ਗਏ ਆ ਸਾਡੇ। ਜੋ ਸਰਕਾਰ ਸਾਡੇ ਬਾਰੇ ਕੋਈ ਸੋਚ ਨਹੀਂ ਰਹੀ। ਬਾਕੀ ਜ਼ਿਲ੍ਹਿਆਂ ਦੇ ਬਾਰੇ ਇੰਨਾ ਸਰਕਾਰ ਕੁਝ ਦੇ ਰਹੀ ਆ, ਕੁਝ ਨੂੰ ਪੈਸੇ ਵੰਡ ਰਹੇ ਆ, ਰਾਸ਼ਨ ਦਿੰਦੇ ਆ। ਸਾਡੀਆਂ ਗੱਡੀਆਂ ਦੇਖ ਕੇ ਹੀ ਸਾਡੇ ਕਈ ਵੇਲੇ ਘਰਾਂ ਤੋਂ ਮੁੜ ਜਾਂਦੇ ਆ ਜੀ, ਨਹੀਂ ਇਹਨਾਂ ਦੇ ਗੱਡੀਆਂ ਦਾ ਕਾਰੋਬਾਰ ਚੱਲਦਾ। ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ, ਸਾਡਾ ਕਾਰੋਬਾਰ ਕਿੱਥੋਂ ਚੱਲਦਾ ਪਿਆ। ਅਸੀਂ ਘਰਾਂ 'ਚ, ਪਿੰਡ ਦੀਆਂ ਪੰਚਾਇਤਾਂ ਕੀ ਪਿੰਡ 'ਚੋਂ ਬਾਹਰ ਨਿਕਲਣਾ ਆ, ਦੱਸ ਕੇ ਜਾਓ ਜੀ ਕਿੱਥੇ ਜਾਣਾ ਜੀ। ਕੋਈ ਕਿਸੇ ਦੀ ਫੈਮਿਲੀ ਦਾ ਬਿਮਾਰ ਬੰਦਾ, ਉਹਨੂੰ ਲੈ ਕੇ ਜਾਂਦੇ ਆ ਜੀ, ਉੱਥੇ ਰੋਕਥਾਮ ਲਾਉਂਦੇ, ਤੁਸੀਂ ਘਰ 'ਚੋਂ ਬਾਹਰ ਨਹੀਂ ਜਾਣਾ। ਇਹਦੇ ਵਿੱਚ ਹੁਣ ਸਰਕਾਰ ਦੇ ਅੱਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ, ਸਾਡੇ ਜਿੰਨੇ ਵੀ ਹੀ ਪੰਜਾਬ ਦੇ ਵਿੱਚ ਟੈਕਸੀ ਡਰਾਈਵਰ ਆ, ਉਹਨਾਂ ਬਾਰੇ ਸੋਚਿਆ ਜਾਵੇ ਤੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਖਾਸ ਕਰਕੇ ਜੀ ਕੈਪਟਨ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ, ਜਿੱਦਾਂ ਤੁਸੀਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਸਾਰਾ ਹੀ ਤੁਸੀਂ ਜੋ ਕਾਰੋਬਾਰ ਚਲਾਇਆ ਆ, ਹੱਥ ਜੋੜ ਕੇ ਬੇਨਤੀ, ਕਿਉਂ ਸਾਡਾ ਵੀ ਗੱਡੀਆਂ ਦਾ ਰੁਜ਼ਗਾਰ ਚੱਲਣਾ ਚਾਹੀਦਾ। ਹਰੇਕ ਘਰ ਦੇ ਵਿੱਚ ਛੋਟੇ ਛੋਟੇ ਨਿਆਣੇ, ਸਕੂਲਾਂ ਦੀਆਂ ਫੀਸਾਂ, ਘਰ ਦੇ ਖਰਚੇ, ਦਵਾਈਆਂ, ਜੋ ਵੀ ਜਿਨ੍ਹਾਂ ਦੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਸੀ 10,000 20,000, 2 ਮਹੀਨਿਆਂ ਦੇ ਵਿੱਚ ਲਾ ਲਓ ਜੀ ਤੁਸੀਂ ਘਰ ਦਾ ਅੱਜ ਕੱਲ੍ਹ ਖਰਚਾ ਕਿੰਨਾ। ਇੱਕ ਬੰਦਾ ਮਹੀਨੇ ਦਾ 50,000 ਕਮਾਉਣ ਵਾਲਾ, ਉਹਦੇ ਘਰ ਦੇ ਖਰਚੇ ਕਿੰਨੇ ਆ? ਇੱਕ ਆਮ ਗਰੀਬ ਆਦਮੀ ਕਿੱਥੋਂ ਹੀ ਇੰਨਾ ਖਰਚਾ ਚੱਕੂਗਾ ਜੀ? ਕਿਉਂ, ਜਦ ਆਮਦਨ ਹੈ ਨਹੀਂ ਗੀ। ਤੁਸੀਂ ਆਮ ਪਿੰਡਾਂ 'ਚ ਦੇਖ ਲਓ, ਆ ਮਿਸਤਰੀਆਂ ਦਾ ਕੰਮ, ਹੋਰ ਦੁਕਾਨਾਂ, ਜਿੰਨੇ ਵੀ ਆ ਸਾਧਨ ਕਮਾਈ ਦੇ ਆ, ਕਈ ਚੱਲ ਰਹੇ ਆ। ਅਸੀਂ ਹੁਣ ਇਹ ਡਰਾਈਵਰ ਵੀਰ ਸਾਡੇ ਸਾਰੇ ਇਕੱਠ ਕਰਕੇ ਅਸੀਂ ਕਿੱਥੇ ਜਾਈਏ? ਸਾਨੂੰ ਵੀ ਕੋਈ ਜਵਾਬ ਸਰਕਾਰ ਨਹੀਂ ਦੇ ਰਹੀ। ਜੋ ਕਿ ਸਾਡੀਆਂ ਮੰਗਾਂ ਜੀ, ਗੱਡੀ ਦੇ ਹੁਣ ਲਾ ਲਓ ਤੁਸੀਂ ਜੀ, ਟੈਕਸ ਕਿਰਾਏ ਤਾਂ ਹੈਗੇ, ਸਾਰਿਆਂ ਨੂੰ ਵੀ ਪਤਾ ਆ, ਪਰ ਸਾਡੇ ਵੱਲ ਥੋੜਾ ਧਿਆਨ ਦਿੱਤਾ ਜਾਵੇ, ਸਾਡੇ ਡਰਾਈਵਰ ਵੀਰਾਂ ਦੀ ਮਦਦ ਕੀਤੀ ਜਾਵੇ ਜੀ।